हाँ जी, सब तो पहला सारिਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਹੋਪ ਕਰਦਾ ਤੁਸੀਂ ਸਾਰੇ ਆਪਣੇ ਡ੍ਰੀਮਸ ਨੂੰ ਪੂਰਾ ਕਰਨ ਵਾਸਤੇ ਕਾਫੀ ਮਿਹਨਤ ਕਰ ਰਹੇ ਹੋਵੋਗੇ। ਤੇ ਮੈਂ ਤੁਹਾਨੂੰ ਫਿਊਚਰ ਗੋਲਸ ਵਾਸਤੇ, ਤੁਹਾਡੇ ਜਿਹੜੇ ਫਿਊਚਰ ਗੋਲਸ ਆ ਉਹਨਾਂ ਵਾਸਤੇ ਤੁਹਾਨੂੰ ਹੁਣੇ ਹੀ ਗੁੱਡ ਲੱਕ ਤੇ ਬੈਸਟ ਆਫ ਲੱਕ ਕਹਿਣਾ ਚਾਹਾਂਗਾ। ਸੋ ਹਾਂਜੀ, ਇਸ ਵੀਡੀਓ ਵਿੱਚ ਵੀ ਆਪਾਂ ਪਿਛਲੀ ਵੀਡੀਓ ਵਾਂਗੂ ਜਿੱਦਾਂ ਉਹਦੇ ਵਿੱਚ ਆਪਾਂ ਆਰਟ ਆਫ ਐਕਸਪਲੇਨੇਸ਼ਨ ਦੀ ਗੱਲ ਕੀਤੀ ਸੀ, ਇਹਦੇ ਵਿੱਚ ਆਪਾਂ ਟਾਸਕ 2 ਨੂੰ ਹੋਰ ਥੋੜਾ ਜਿਹਾ ਫੰਡਾਮੈਂਟਲ ਤਰੀਕੇ ਨਾਲ ਐਕਸਪਲੇਨ ਕਰਾਂਗੇ। ਤੇ ਅੱਜ ਦੀ ਵੀਡੀਓ ਜਿਹੜੀ ਹੋਵੇਗੀ ਇਹ ਬੇਸਿਕਲੀ ਆਪਾਂ ਸੈਂਟਰ ਕਰਾਂਗੇ ਇਸ ਨੂੰ ਦੋ ਟੌਪਿਕਸ ਦੇ ਉੱਤੇ। ਇੱਕ ਤਾਂ ਪਹਿਲਾਂ ਜਿਹੜਾ ਆਪਣਾ ਟਾਸਕ 2 ਆ, ਇਸ ਦੇ ਕੀ ਫੰਡਾਮੈਂਟਲ ਰੂਲਸ ਹੁੰਦੇ ਆ ਆਈਲੈਟਸ ਵਾਸਤੇ, ਇਹਦੇ ਫੰਡਾਮੈਂਟਲ ਰੂਲਸ ਨੂੰ ਜਾਣਾਂਗੇ ਆਪਾਂ। ਠੀਕ ਆ, ਕਿਉਂ ਉਹਨਾਂ ਨੂੰ ਫੋਲੋ ਕਰਨਾ ਜ਼ਰੂਰੀ ਆ। ਠੀਕ ਆ, ਤੇ ਉਹਨਾਂ ਦਾ ਕੀ ਕ੍ਰਾਈਟੇਰੀਆ ਰਹਿੰਦਾ ਹੈ ਆਪਣੇ ਬੈਂਡ ਸਕੋਰ ਦੇ ਆਉਣ ਦੇ ਵਿੱਚ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਤੇ ਆਪਣਾ ਦੂਸਰਾ ਜੋ ਆਪਣਾ ਟੌਪਿਕ ਰਹੇਗਾ ਵੀਡੀਓ ਦਾ, ਉਹ ਰਹੇਗਾ ਕਿ ਟਾਸਕ 2 ਜਿਹੜਾ ਹੈ ਇਸ ਵਿੱਚ ਟੌਪਿਕ ਕਿਸ ਤਰ੍ਹਾਂ ਦੇ ਆਉਂਦੇ ਆ, ਕਿਸ ਹੱਦ ਤੱਕ ਤੁਹਾਨੂੰ ਨੌਲੇਜ ਇਕੱਠੀ ਕਰਨੀ ਪੈ ਸਕਦੀ ਆ ਕਿ ਨਹੀਂ ਪੈ ਸਕਦੀ। ਸੋ ਦੋ ਟੌਪਿਕਸ ਆਪਣੇ ਕੋਲ, ਇੱਕ ਹੋ ਗਿਆ ਫੰਡਾਮੈਂਟਲ ਕ੍ਰਾਈਟੇਰੀਆ ਫॉर ਟਾਸਕ 2 ਤੇ ਦੂਸਰਾ ਹੋ ਗਿਆ ਆਪਣਾ ਇਹਦੇ ਵਿੱਚ ਕਿਸ ਤਰ੍ਹਾਂ ਦੇ ਟੌਪਿਕਸ ਆਉਣਗੇ। ਸੋ ਹਾਂਜੀ, ਆਪਾਂ ਵੀਡੀਓ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਡਿਲੇ ਦੇ। ਹਾਂਜੀ, ਵੱਧਦੇ ਆਪਾਂ ਆਪਣੇ ਜਿਹੜੇ ਫੰਡਾਮੈਂਟਲ ਕ੍ਰਾਈਟੇਰੀਆ ਆਪਣਾ ਟਾਸਕ 2 ਦਾ। ਟਾਸਕ 2 ਦੇ ਵਾਸਤੇ ਜੋ ਕਾਊਂਟ ਆਫ ਵਰਡਸ ਆ, ਉਹਦਾ ਤੁਹਾਡਾ ਕਾਊਂਟ ਆਫ ਵਰਡਸ ਹੈ ਨਾ, ਉਹ ਚਾਹੀਦਾ ਆ ਐਟਲੀਸਟ 250 ਵਰਡਸ। ਤੁਹਾਡੇ 250 ਜਿਹੜੇ ਵਰਡਸ ਹੈ ਨਾ ਉਹ ਐਟਲੀਸਟ ਚਾਹੀਦੇ ਆ। ਮੀਨਸ ਜੇ ਤੁਹਾਡਾ 249 ਵੀ ਰਹਿ ਗਿਆ ਨਾ ਵਰਡ, ਜਾਂ ਵਰਡ ਕਾਊਂਟ ਜਿਹੜਾ ਤੁਹਾਡਾ 249 ਵੀ ਰਹਿ ਗਿਆ, ਮੀਨਸ ਕਿ ਅਗਰ ਤੁਹਾਡੇ 249 ਵੀ ਰਹਿ ਗਿਆ ਨਾ ਤੁਹਾਡਾ ਵਰਡ ਕਾਊਂਟ, ਤਾਂ ਵੀ ਉਹਦੇ 'ਤੇ ਪੈਨਲਟੀ ਲੱਗੇਗੀ। ਖਾਸ ਕਰਕੇ ਪੈਨਲਟੀ ਦਾ ਕ੍ਰਾਈਟੇਰੀਆ ਹੁੰਦਾ ਆ ਟਾਸਕ 2 ਵਾਸਤੇ, 1 ਵਾਸਤੇ ਵੀ ਹੁੰਦਾ, ਪਰ ਆਪਾਂ ਇੱਥੇ ਜ਼ਿਆਦਾ ਐਮਫਸਾਈਜ਼ ਟਾਸਕ 2  'ਤੇ ਕਰ ਰਹੇ ਹਾਂ ਕਿ ਜੇ ਤੁਹਾਡੇ ਵਰਡਸ ਘੱਟਦੇ ਤਾਂ ਵਰਡਸ ਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਪੈਨਲਟੀ ਲੱਗੇਗੀ ਅਤੇ ਤੁਹਾਡਾ ਬੈਂਡ ਸਕੋਰ ਅਫੈਕਟ ਹੋਏਗਾ। ਸੋ ਇਸ ਨੂੰ ਬਚਾਉਣ ਵਾਸਤੇ ਮੇਕ ਸ਼ੋਰ ਕਰੋ ਜਦ ਵੀ ਤੁਸੀਂ ਪੈਰਾਗ੍ਰਾਫ ਲਿਖੋ ਤਾਂ ਉਹਦੇ ਤੁਸੀਂ ਨਾਲ ਵਰਡ ਕਾਊਂਟ ਜ਼ਰੂਰ ਕਰਨੇ ਆ, ਤਾਂ ਕਿ ਤੁਹਾਡੇ ਜਿਹੜੇ ਵਰਡ ਕਾਊਂਟ ਦਾ ਬੈਲੈਂਸ ਆ ਉਹਦੇ ਬਿਲਕੁਲ ਵੀ ਨੰਬਰ ਨਾ ਕੱਟੇ ਜਾਣ। ਸੋ ਕਿਉਂਕਿ ਕੀ ਹੁੰਦਾ ਕਈ ਵਾਰ ਕਿ ਬੱਚਿਆਂ ਨੇ ਲਿਖਿਆ ਬਹੁਤ ਵਧੀਆ ਹੁੰਦਾ ਬੱਚਿਆਂ ਨੇ, ਪਰ ਕਾਹਲੀ ਦੇ ਵਿੱਚ ਉਹਨਾਂ ਨੂੰ ਵਰਡ ਕਾਊਂਟ ਕਰਨ ਦਾ ਨਾ ਯਾਦ ਨਹੀਂ ਰਹਿੰਦਾ। ਫਿਰ ਜਦੋਂ ਜਿਹੜੀ ਆ ਰੀਚੈੱਕ ਦਾ ਭਰਦੇ ਪੇਪਰ ਆਪਣਾ ਨਾ, ਤਾਂ ਰੀਚੈਕਿੰਗ ਦੇ ਵਿੱਚ ਆਉਂਦਾ ਆ ਵਰਡ ਕਾਊਂਟ ਲੋ ਜਾਂ ਲੋ ਵਰਡ ਕਾਊਂਟ ਦੀ ਪੈਨਲਟੀ ਲੱਗੀ ਹੁੰਦੀ ਆ, ਉਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਫਿਰ। ਸੋ ਮੇਕ ਸ਼ੋਰ ਕਰਨਾ ਜਦ ਵੀ ਤੁਸੀਂ ਆਪਣਾ ਟਾਸਕ ਲਿਖੋ ਤਾਂ ਜਿਹੜਾ ਤੁਹਾਡਾ ਵਰਡ ਕਾਊਂਟ ਆ ਉਹ ਪ੍ਰੋਪਰ ਹੋਵੇ, 250 ਵਰਡਸ ਤੋਂ ਉੱਪਰ ਹੋਣਾ ਚਾਹੀਦਾ। ਕਈ ਸਟੂਡੈਂਟਸ ਮੇਰੇ ਕੋਲ ਪੁੱਛਦੇ ਆ ਕਿ ਸਰ ਜੇ ਆਪਾਂ 350 ਵਰਡਸ ਲਿਖਤੇ ਫਿਰ, ਜੇ ਸਰ ਮੇਰੇ ਜ਼ਿਆਦਾ ਹੋ ਗਏ ਫਿਰ। ਦੇਖੋ ਆਪਣੇ ਕੋਲ ਲੋਐਸਟ ਦੀ ਨਾ ਜਿਹੜੀ ਆਪਣੇ ਕੋਲ ਬਾਊਂਡਰੀ ਹੈ ਜਾਂ ਲਿਮਿਟ ਕਹਿ ਲਓ ਲੋਐਸਟ ਨੰਬਰ ਦੀ, ਹਾਈਐਸਟ ਦੀ ਆਪਾਂ ਉਹਨਾਂ ਨੇ ਦਿੱਤੀ ਨਹੀਂ, ਪਰ ਆਪਾਂ ਮੇਕ ਸ਼ੋਰ ਕਰਨਾ ਕਿ ਆਪਾਂ 300 ਵਰਡਸ ਦੇ ਉੱਤੇ ਲੈ ਕੇ ਜਾਈਏ ਹੀ ਨਾ। ਆਪਾਂ ਵਰਡਸ ਹੀ ਜਿਹੜੇ ਆ ਨਾ ਉਹ 250 ਤੋਂ 290 ਤੱਕ ਜਾਂ ਆਖਿਰ 300 ਤੱਕ ਰੱਖੀਏ। ਮੈਂ ਇੱਦਾਂ ਦੇ ਟਾਸਕ ਵੀ ਦੇਖੇ ਆ ਜਿਨ੍ਹਾਂ ਦੇ ਵਿੱਚ ਸਟੂਡੈਂਟ ਜਿਹੜੇ ਆ ਮੇਰੇ ਕੋਲ ਤਕਰੀਬਨ 350 ਵਰਡਸ ਲਿਖਦੇ ਹੁੰਦੇ ਸੀ, ਨੋ ਡਾਊਟ ਉਹਨਾਂ ਦੇ ਵੀ 6.5 ਬੈਂਡ ਆਏ ਆ। ਅਤੇ ਮੇਰੇ ਕੋਲ ਸਟੂਡੈਂਟ ਇੱਦਾਂ ਦੇ ਵੀ ਰਹੇ ਆ ਜਿਨ੍ਹਾਂ ਦੇ ਵਰਡ ਕਾਊਂਟ 260 ਹੁੰਦੇ ਸੀ, ਉਹਨਾਂ ਦੇ ਵੀ 6.5 ਬੈਂਡ ਆਏ ਆ। ਸੋ ਮੈਟਰ ਕੀ ਕਰਦਾ ਹੈ ਕਿ ਐਟਲੀਸਟ ਤੁਸੀਂ 250 ਵਰਡਸ ਜਿਹੜੇ ਆ ਉਹ ਲਿਖਣੇ ਆ। ਸੋ ਹਾਂਜੀ, ਇਹ ਤਾਂ ਹੋ ਗਿਆ ਆਪਣਾ ਵਰਡ ਕਾਊਂਟ। ਆਈ ਹੋਪ ਤੁਹਾਨੂੰ ਪੂਰੀ ਕਲੈਰਿਟੀ ਦੇ ਨਾਲ ਇਹ ਸਮਝ ਆ ਗਿਆ ਹੋਊਗਾ ਕਿ ਤੁਹਾਨੂੰ ਵਰਡ ਕਿੰਨੇ ਲਿਖਣੇ ਪੈਣੇ ਆ। ਸੋ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ ਤੁਹਾਨੂੰ ਜਿਹੜੇ ਐਟਲੀਸਟ ਜਿਹੜਾ ਤੁਹਾਡਾ ਵਰਡ ਕਾਊਂਟ ਹੈ ਨਾ ਉਹ 250 ਹੋਣਾ ਹੀ ਚਾਹੀਦਾ ਆ। ਹਾਂਜੀ, ਹੁਣ ਵੱਧਦੇ ਆਪਾਂ ਆਪਣੇ ਦੂਸਰੇ ਰੂਲ ਦੇ ਵੱਲ। ਪਰ ਇੱਥੇ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ ਕਿ ਤੁਸੀਂ ਜੋ ਵੀ ਇਹ ਸੁਣ ਰਹੇ ਆ ਇਹਨੂੰ ਤੁਸੀਂ ਪਲੀਜ਼ ਆਪਣੀ ਡਾਇਰੀ ਨੋਟਬੁੱਕ ਦੇ ਉੱਤੇ ਜ਼ਰੂਰ ਨੋਟ ਡਾਊਨ ਕਰ ਲਿਓ। ਇੱਕ ਤਰ੍ਹਾਂ ਦੇ ਤੁਹਾਡੇ ਨੋਟਸ ਹੀ ਬਣਨਗੇ, ਕਿਉਂਕਿ ਮੈਂ ਖੁਦ ਜਿਹੜਾ ਆ ਉਸ ਟੈਸਟ ਵਿੱਚੋਂ ਨਿਕਲਿਆ ਹੋਇਆ ਆ ਅਤੇ ਮੈਂ ਕਰੰਟਲੀ ਵੀ ਸਟੂਡੈਂਟਸ ਨੂੰ ਟੀਚ ਕਰਦਾ ਆ। ਸੋ ਜਿਹੜੀ ਮੈਂ ਇਨਫੋਰਮੇਸ਼ਨ ਦੇ ਰਿਹਾ ਤੁਹਾਡੇ ਕਾਫੀ ਕੰਮ ਆ ਸਕਦੀ ਆ। ਇਹਨਾਂ ਦੇ ਨੋਟਸ ਜ਼ਰੂਰ ਬਣਾ ਲੈਣੇ ਪਲੀਜ਼। ਓਕੇ ਜੀ। ਸੋ ਦੂਸਰਾ ਕ੍ਰਾਈਟੇਰੀਆ ਹੈਗਾ ਆ ਆਪਣੀ ਟਾਈਮ ਲਿਮਿਟ। ਟਾਈਮ ਲਿਮਿਟ ਤੁਹਾਡੇ ਕੋਲ ਹੁੰਦਾ 40 ਮਿੰਟਸ। ਤੁਸੀਂ 250 ਵਰਡਸ ਜਿਹੜਾ ਉਹ ਤੁਸੀਂ 40 ਮਿੰਟਸ ਦੇ ਵਿੱਚ ਲਿਖਣਾ ਆ।
ਹੁਣ ਬਹੁਤੇ ਸਟੂਡੈਂਟਸ ਨੂੰ ਪ੍ਰੋਬਲਮ ਪਤਾ ਕੀ ਆਉਂਦੀ ਆ, ਉਹਨਾਂ ਨੇ ਬੜੇ ਸਾਲਾਂ ਤੋਂ ਪੜ੍ਹਾਈ ਛੱਡੀ ਹੋਈ ਹੁੰਦੀ ਆ, ਉਹ ਕਿਸੇ ਜੌਬ 'ਤੇ ਲੱਗੇ ਹੁੰਦੇ ਆ, ਜਾਂ ਅਗਰ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਉੱਦਾਂ ਦਾ ਇਨਵਾਇਰਮੈਂਟ ਨਹੀਂ ਮਿਲ ਪਾਉਂਦਾ ਜਿਹਦੇ ਵਿੱਚ ਕਿ ਉਹ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰ ਸਕਣ ਜਾਂ ਡੇਲੀ ਬੇਸਿਸ 'ਤੇ ਕੁਝ ਲਿਖ ਸਕਣ। ਉਹਨਾਂ ਦੀ ਜਿਹੜੀ ਹੈਂਡ ਰਾਈਟਿੰਗ ਆ ਜਾਂ ਜਿਹੜੀ ਸਪੀਡ ਆਫ ਹੈਂਡ ਰਾਈਟਿੰਗ ਆ ਜਾਂ ਰਾਈਟਿੰਗ ਹੈ ਨਾ, ਉਹ ਬਹੁਤ ਜ਼ਿਆਦਾ ਘੱਟ ਚੁੱਕੀ ਹੁੰਦੀ ਆ, ਅਤੇ ਉਹ ਉਨੀ ਜਿਹੜੀ ਸਪੀਡ ਹੈ ਨਾ ਉਹ ਮੇਨਟੇਨ ਨਹੀਂ ਰੱਖ ਪਾਉਂਦੇ ਜਿਹੜੇ ਕਿ ਉਹ 40 ਮਿੰਟਾਂ ਦੇ ਵਿੱਚ 250 ਵਰਡ ਲਿਖ ਸਕਣ। ਉਹ ਵੀ ਸੋਚ ਕੇ ਕਿ ਉਹਨਾਂ ਦੇ ਜਿਹੜੇ ਟਾਸਕ ਹੈ ਨਾ ਉਹ ਵਧੀਆ ਲਿਖ ਹੋਵੇ। ਦੇਖੋ, ਇੱਕ ਤਾਂ ਹੁੰਦਾ ਇਕੱਲਾ ਲਿਖਣਾ ਫੋਰ ਐਗਜ਼ਾਮਪਲ, ਅਤੇ ਦੂਸਰਾ ਹੈਗਾ ਤੁਸੀਂ ਸੋਚ ਕੇ ਲਿਖਣਾ ਹੈ ਫੋਰ ਐਗਜ਼ਾਮਪਲ, ਕਿ ਉਹ ਤੁਸੀਂ ਉਹ ਤੁਹਾਡਾ ਕਿਸੇ ਨੇ ਅਸੈਸ ਕਰਨਾ ਆ, ਤਾਂ ਟਾਸਕ ਉੱਥੇ ਉਹਨਾਂ ਬੱਚਿਆਂ ਲਈ ਡਿਫੀਕਲਟ ਹੋ ਜਾਂਦਾ ਆ। ਫਿਰ ਤਾਂ ਦੱਸੂਗਾ ਜਿਹਨਾਂ ਨੇ ਬੱਚਿਆਂ ਨੇ ਫੋਰ ਐਗਜ਼ਾਮਪਲ ਪੜ੍ਹਾਈ ਛੱਡੀ ਹੋਈ ਹੁੰਦੀ ਆ, ਜਾਂ ਕਈ ਵਾਰ ਵੈਸੇ ਵੀ ਸਟੂਡੈਂਟਸ ਜਿਹੜੇ ਸਕੂਲ ਤੋਂ ਵੀ ਆਏ ਹੁੰਦੇ ਆ, ਉਹਨਾਂ ਦੀ ਹੈਂਡ ਰਾਈਟਿੰਗ ਵੈਸੇ ਸਲੋ ਹੁੰਦੀ ਆ। ਨੋ ਡਾਊਟ ਕਿ ਉਹਨਾਂ ਦੀ ਜਿਹੜੀ ਸੈਂਟੈਂਸ ਮੇਕਿੰਗ ਹੁੰਦੀ ਵਧੀਆ ਹੁੰਦੀ ਆ, ਬਟ ਕਈ ਵਾਰ ਕੀ ਹੁੰਦਾ ਜਦੋਂ ਲਿਖਦੇ ਆ ਨਾ ਉਹ ਪੂਰੇ ਟਾਈਮ 'ਤੇ ਲਿਖ ਨਹੀਂ ਪਾਉਂਦੇ। ਸੋ ਇਹ ਵੀ ਇੱਕ ਕਹਿ ਸਕਦੇ ਹਾਂ ਆਪਾਂ ਵਨ ਆਫ ਦਾ ਪ੍ਰੋਬਲਮਸ ਆ ਜਿਹੜੀਆਂ ਸਟੂਡੈਂਟਸ ਫੇਸ ਕਰਦੇ ਆ ਟਾਸਕ 2 ਦੇ ਵਿੱਚ ਰਾਈਟਿੰਗ ਦੇ ਵਿੱਚ। ਇਹਨਾਂ ਦੇ ਸੋਲਿਊਸ਼ਨ ਵੀ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਜਿਹੜਾ ਆ ਉਹ ਡਿਸਕਸ ਕਰਾਂਗੇ ਅਤੇ ਉਹਨਾਂ ਦੀ ਐਕਸਪਲੇਨੇਸ਼ਨ ਚੰਗੀ ਤਰ੍ਹਾਂ ਦੇਵਾਂਗੇ ਕਿ ਬੱਚੇ ਆਪਣੀ ਜਿਹੜੀ ਆ ਇਸ ਜਿਹੜੀ ਉਹਨਾਂ ਦੀ ਲਿਮਿਟੇਸ਼ਨ ਬਣ ਚੁੱਕੀ ਹੁੰਦੀ ਹੈ, ਜਿਹੜੀ ਸਪੀਡ ਆ, ਉਹ ਕਿੱਦਾਂ ਦੂਰ ਕਰ ਸਕਦੇ। ਇਨ GT IELTS ਐਂਡ ਇਨ ਅਕੈਡਮਿਕ IELTS ਉਹ ਫਾਰਮਲ ਰਾਈਟਿੰਗ ਆਪਾਂ ਲਿਖਣੀ ਆ। ਫਾਰਮਲ ਰਾਈਟਿੰਗ ਮੀਨਸ ਕਿ ਫੋਰ ਐਗਜ਼ਾਮਪਲ ਆਪਾਂ ਜਿੱਦਾਂ ਵਟਸਐਪ ਉੱਤੇ ਚੈਟ ਕਰਦੇ ਆ ਨਾ, ਤਾਂ ਉਹਦੇ ਵਿੱਚ ਆਪਾਂ ਕਿੰਨੀਆਂ ਬੜੀਆਂ ਸ਼ਾਰਟ ਫਾਰਮਸ ਯੂਜ਼ ਕਰਦੇ ਆ ਨਾ। ਫੋਰ ਐਗਜ਼ਾਮਪਲ ਆਪਾਂ ਉੱਤੇ ਜੇ ਕੁਛ ਬਿਕੋਜ਼ ਲਿਖਣਾ ਹੋਵੇ ਤਾਂ ਉਹ ਵੀ ਆਪਾਂ B' ਅਤੇ COS ਪਾ ਦਿੰਦੇ ਨਾ, ਬਿਕੋਜ਼। ਇੱਦਾਂ ਦੀ ਜਿਹੜੇ ਵਰਡਸ ਆ ਇਹਨਾਂ ਦਾ ਬਿਲਕੁਲ ਵੀ ਆਪਾਂ ਇਸਤੇਮਾਲ ਨਹੀਂ ਕਰਨਾ ਟਾਸਕ 2 ਦੇ ਵਿੱਚ। ਪੂਰੀ ਪਿਓਰ ਆਪਾਂ ਇੰਗਲਿਸ਼ ਲਿਖਾਂਗੇ, ਉਹਨੂੰ ਹੀ ਪੂਰਾ ਐਕਸਪਲੇਨ ਕਰਾਂਗੇ। ਦੂਸਰੀ ਚੀਜ਼, ਕੋਈ ਵੀ ਈਡੀਅਮ ਜਿਹੜਾ ਹੈ ਉਹ ਐਡ ਨਹੀਂ ਕਰਾਂਗੇ ਇਹਦੇ ਵਿੱਚ, ਕਿਉਂਕਿ ਜੋ ਈਡੀਅਮ ਹੁੰਦੇ ਆ ਉਹ ਅਗੇਨ ਇਨਫੋਰਮਲ ਇੰਗਲਿਸ਼ ਦਾ ਪਾਰਟ ਹਨ। ਈਡੀਅਮ ਆਪਾਂ ਨਹੀਂ ਯੂਜ਼ ਕਰਾਂਗੇ। ਫਿਰ ਆਪਣੇ ਕੋਲ ਆ ਜਾਂਦੇ ਹਨ ਕੰਟਰੈਕਸ਼ਨਸ। ਹੁਣ ਕੰਟਰੈਕਸ਼ਨਸ ਕੀ ਹਨ? ਫੋਰ ਐਗਜ਼ਾਮਪਲ ਜੇ ਆਪਾਂ ਗੱਲ ਕਰੀਏ ਆਰ ਨੋਟ, ਤਾਂ ਇਹਨੂੰ ਆਪਾਂ ਜਿਹੜੀ ਸਪੋਕਨ ਇੰਗਲਿਸ਼ ਹੁੰਦੀ ਉਹਦੇ ਵਿੱਚ ਆਪਾਂ ਆਰੰਟ ਕਹਿ ਦਿੰਦੇ ਹਾਂ, ਰਾਈਟ। ਜੇ ਹੈਗਾ ਆ ਵਿਲ ਨੋਟ ਤਾਂ ਵੋਂਟ ਬੋਲ ਦਿੰਦੇ ਆ ਨਾ, ਜੇ ਹੈਗਾ ਆ ਵਾਜ਼ ਨੋਟ ਤਾਂ ਵਾਜ਼ਨਟ ਬੋਲ ਦਿੰਦੇ ਆ। ਸੋ ਇੱਦਾਂ ਦੇ ਤੁਸੀਂ ਜਿਹੜੇ ਆ ਕੰਟਰੈਕਸ਼ਨਸ ਵੀ ਯੂਜ਼ ਨਹੀਂ ਕਰਨੀਆਂ। ਇਹ ਵੀ ਇਨਫੋਰਮਲ ਇੰਗਲਿਸ਼ ਦੀਆਂ ਹੀ ਨਿਸ਼ਾਨੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਜੋ ਸਟੂਡੈਂਟਸ ਨੂੰ ਬਹੁਤ ਧਿਆਨ ਦੇਣ ਜੋ ਗੱਲ ਆ ਉਹ ਇਹ ਆ ਕਿ ਤੁਸੀਂ ਅਗਰ ਹਾਈ ਬੈਂਡ ਸਕੋਰ ਲੈਣੇ ਆ ਤਾਂ ਕੋਈ ਵੀ ਜਿਹੜੇ ਟਾਸਕ ਆ ਨਾ, ਫੋਰ ਐਗਜ਼ਾਮਪਲ ਇੰਟਰਨੈਟ 'ਤੇ ਬਹੁਤ ਕੁਛ ਮਿਲ ਜਾਂਦਾ ਅੱਜ ਕੱਲ੍ਹ, ਉਹ ਤੁਸੀਂ ਮੈਮੋਰਾਈਜ਼ ਨਹੀਂ ਕਰਨੇ, ਉਹ ਤੁਸੀਂ ਯਾਦ ਨਹੀਂ ਕਰਨੇ। ਮੈਮੋਰਾਈਜੇਸ਼ਨ ਦਾ ਵੀ ਇੱਕ ਅਲੱਗ ਤੋਂ ਕ੍ਰਾਈਟੇਰੀਆ ਹੁੰਦਾ ਆ ਰਾਈਟਿੰਗ ਟਾਸਕ 2 ਦੇ ਚੈਕਿੰਗ ਦੇ ਵਿੱਚ। ਅਗਰ ਤੁਸੀਂ ਮੈਮੋਰਾਈਜ਼ ਕੀਤਾ ਹੋਊਗਾ ਤਾਂ ਐਗਜ਼ਾਮੀਨਰ ਨੂੰ ਬਹੁਤ ਛੇਤੀ ਪਤਾ ਲੱਗ ਜਾਂਦਾ ਆ। ਕੋਈ ਖਾਸ ਉਹਦੇ ਵਾਸਤੇ ਟੈਕਨੀਕ ਨਹੀਂ ਹੁੰਦੀ, ਉਹਨਾਂ ਨੂੰ ਟ੍ਰੇਨਿੰਗ ਹੀ ਇੱਦਾਂ ਦੀ ਦਿੱਤੀ ਹੁੰਦੀ ਆ ਕਿ ਉਹ ਇਸ ਚੀਜ਼ ਨੂੰ ਫੜ ਸਕਣ। ਫੋਰ ਐਗਜ਼ਾਮਪਲ ਜੇ ਤੁਸੀਂ ਕੁਝ ਯਾਦ ਕਰਕੇ ਉਹਦੇ ਵਿੱਚ ਲਿਖਿਆ ਨਾ, ਤਾਂ ਉਸ ਨੂੰ ਡਿਟੈਕਟ ਕਰ ਸਕਣ। ਉਹ ਆਸਾਨੀ ਨਾਲ ਤੁਹਾਡੀ ਜਿਹੜੀ ਇੰਗਲਿਸ਼ ਹੈ ਨਾ ਉਸ ਨੂੰ ਡਿਟੈਕਟ ਕਰ ਲੈਂਦੇ ਆ, ਅਤੇ ਉਸ ਦੀ ਵੀ ਫਿਰ ਪੈਨਲਟੀ ਲੱਗਦੀ ਆ। ਸੋ ਇਸ ਗੱਲ ਦਾ ਵੀ ਆਪਾਂ ਧਿਆਨ ਰੱਖਣਾ ਕਿ ਜੋ ਵੀ ਆਪਾਂ ਲਿਖੀਏ ਆਪਣੇ ਮਨੋਂ ਲਿਖੀਏ, ਕੋਈ ਵੀ ਚੀਜ਼ ਮੈਮੋਰਾਈਜ਼ਡ ਨਾ ਹੋਵੇ, ਚੇਤੇ ਕੀਤੀ ਉਹ ਨਾ ਹੋਵੇ। ਹਾਂਜੀ, ਹੁਣ ਵਾਰੀ ਆਪਣੇ ਅਗਲੇ ਰੂਲ ਦੀ, ਜੋ ਕਿ ਹੈ ਗ੍ਰਾਮਰ। ਜੋ ਤੁਹਾਡਾ ਟਾਸਕ ਹੋਣਾ ਚਾਹੀਦਾ ਟਾਸਕ 2, ਉਹਦੇ ਵਿੱਚ ਤੁਹਾਡੀ ਜਿਹੜੀ ਗ੍ਰਾਮਰ ਆ ਉਹ ਪਰਫੈਕਟ ਹੋਣੀ ਚਾਹੀਦੀ ਆ। ਜੇ ਤਾਂ ਤੁਸੀਂ ਬੈਂਡ ਸਕੋਰ ਜਿਹੜੇ ਆ ਨਾ, ਫੋਰ ਐਗਜ਼ਾਮਪਲ 8 ਜਾਂ 7 ਜਾਂ 9 ਆਉਂਦੇ ਨਹੀਂ ਕਿਸੇ ਦੇ, ਬਹੁਤ ਘੱਟ ਆ। ਮੈਂ 8 ਤੱਕ ਦਾ ਸਟੂਡੈਂਟ ਜਿਹੜਾ ਉਹ ਦੇਖਿਆ ਹੋਇਆ। 8 ਜਾਂ 8.5 9 ਨਹੀਂ ਆਉਂਦੇ, ਬਹੁਤ ਘੱਟ ਆ 9 ਸਕੋਰ। ਅਤੇ ਜੇ ਤੁਸੀਂ ਇੰਨੇ ਬੈਂਡ ਸਕੋਰ ਲੈਣੇ ਚਾਹੁੰਦੇ ਤਾਂ ਤੁਹਾਡੇ ਜਿਹੜੇ ਗ੍ਰਾਮਰ ਆ ਨਾ, ਤੁਹਾਡੀ ਗ੍ਰਾਮਰ ਉਹ ਕਹਿ ਸਕਦਾ ਮੈਂ ਕਿ ਉਹ 'ਚ ਤੁਹਾਡੇ ਟਾਸਕ ਦੇ ਵਿੱਚ ਨਾ ਗ੍ਰਾਮਰ ਦਾ ਹਰ ਇੱਕ ਕੰਪੋਨੈਂਟ ਹੋਣਾ ਚਾਹੀਦਾ। ਜੋ ਮੈਂ ਓਬਜ਼ਰਵ ਕੀਤਾ ਸਟੂਡੈਂਟਸ ਦੀ ਹੈਂਡ ਰਾਈਟਿੰਗ ਵਿੱਚ, ਕਿ ਗ੍ਰਾਮਰ ਦਾ ਨਾ ਹਰ ਇੱਕ ਕੰਪੋਨੈਂਟ ਹੋਣਾ ਚਾਹੀਦਾ ਆ। ਉਹ ਕੰਪੋਨੈਂਟ ਮੈਂ ਤੁਹਾਨੂੰ ਥੋੜ੍ਹੀ ਜਿਹੀ ਐਗਜ਼ਾਮਪਲ ਦੇ ਦਿੰਦਾ, ਇਹਦੇ ਵਾਸਤੇ ਆਪਾਂ ਸੈਪਰੇਟ ਵੀਡੀਓ ਬਣਾਵਾਂਗੇ ਐਕਚੁਅਲੀ।
ਫੋਰ ਐਗਜ਼ਾਮਪਲ ਨਾਈਦਰ ਨੋਰ, ਆਈਦਰ ਔਰ, ਇੱਦਾਂ ਦੇ ਜਿਹੜੇ ਸੈਂਟੈਂਸਿਸ ਹੈ ਨਾ ਇੰਗਲਿਸ਼ ਵਿੱਚ ਮੌਜੂਦ, ਇੱਦਾਂ ਦੇ ਤੁਸੀਂ ਇਸਤੇਮਾਲ ਕਰ ਸਕੋ, ਤੁਹਾਡੇ 'ਚ ਕੈਪੇਬਿਲਿਟੀ ਹੋਵੇ ਇੱਦਾਂ ਦੇ ਵਰਡਸ ਨੂੰ ਐਕਸਪਲੇਨ ਕਰਨ ਦੀ, ਤਾਂ ਗ੍ਰਾਮਰ ਦੇ ਵਿੱਚੋਂ ਤੁਹਾਨੂੰ 9 ਚੋਂ 9 ਮਿਲਣਗੇ। ਬਾਕੀ ਗੱਲ ਜਿਹੜੇ ਸਟੂਡੈਂਟਸ ਨੂੰ ਚਾਹੀਦੇ ਹੀ 6 ਜਾਂ ਫਿਰ 6.5 ਬੈਂਡ ਸਕੋਰਸ ਆ, ਉਹਨਾਂ ਨੂੰ ਮੈਂ ਇਹੀ ਕਹੂੰਗਾ ਕਿ ਤੁਸੀਂ ਤੁਹਾਡੀ ਜਿੰਨੀ ਗ੍ਰਾਮਰ ਤੁਸੀਂ ਲਿਖਦੇ ਪਏ ਆ ਨਾ ਉਹਨੂੰ ਸਹੀ ਕਰ ਲਓ ਬਸ। ਉਹਦੇ ਵਿੱਚ ਕਿਤੇ ਗੜਬੜੀ ਨਾ ਹੋਵੇ, ਕਿਤੇ ਹੈਸ ਲੱਗਣਾ ਤੁਸੀਂ ਹੈਵ ਲਾ ਰਹੇ ਆ, ਕਿਤੇ ਹੈਡ ਲੱਗਣਾ ਤੁਸੀਂ ਹੈਜ਼ ਲਾ ਰਹੇ ਆ, ਇਹੋ ਜਿਹੀ ਗਲਤੀ ਨਾ ਕਰਿਓ। ਇਹਨਾਂ ਚੀਜ਼ਾਂ ਨੂੰ ਸੁਧਾਰ ਲਓ। ਤੁਹਾਡੇ 6 ਤੇ 6.5 ਬੈਂਡ ਸਕੋਰ, ਮੈਂ ਇਕੱਲੇ ਗ੍ਰਾਮਰ ਦੀ ਗੱਲ ਕਰਦਾ ਪਿਆ ਆ, ਹੱਲੇ ਵੋਕੈਬਲਰੀ ਜਾਂ ਹੋਰ ਚੀਜ਼ ਦੀ ਨਹੀਂ ਗੱਲ ਕਰਦਾ ਪਿਆ, ਸਿਰਫ ਤੇ ਸਿਰਫ ਇਹਦੇ ਵਿੱਚ ਤੁਹਾਡੀ ਮੈਂ ਗ੍ਰਾਮਰ ਦੱਸੀ। ਤੁਸੀਂ ਜਿੰਨੀ ਤੁਹਾਨੂੰ ਆਉਂਦੀ ਪਈ ਹੈ ਨਾ ਗ੍ਰਾਮਰ, ਤੁਸੀਂ ਉਹਨੂੰ ਠੀਕ ਕਰ ਲਓਗੇ ਨਾ ਤਾਂ ਤੁਹਾਡਾ ਕ੍ਰਾਈਟੇਰੀਆ ਗ੍ਰਾਮਰ ਦਾ ਉਹ ਸਕੋਰ 9 ਚੋਂ 6 ਜਾਂ 6.5 ਆ ਸਕਦੇ ਆ। ਸੋ ਨੈਕਸਟ ਗੱਲ ਆਪਾਂ ਜਿਹੜੀ ਇਹ ਕਰ ਲੈਂਦੇ ਹਾਂ ਵੋਕੈਬਲਰੀ ਦੀ। ਵੋਕੈਬਲਰੀ ਦੇਖੋ ਇਹ ਕ੍ਰਾਈਟੇਰੀਆ ਹੁੰਦਾ ਕਿ ਤੁਸੀਂ ਟਾਸਕ ਲਿਖਦੇ ਪਏ ਨਾ ਅਗਰ ਕੋਈ, ਤਾਂ ਉਹਦੇ ਵਿੱਚ ਇੱਦਾਂ ਨਾ ਹੋਵੇ ਕਿ ਤੁਸੀਂ ਇੱਕੋ ਹੀ ਵਰਡ ਨੂੰ ਘਸਾ ਦਿਓ ਪੂਰੇ ਟਾਸਕ ਵਿੱਚ, ਹੈ ਨਾ। ਜੇ ਬਿਜ਼ਨਸਮੈਨ ਲਿਖਿਆ ਤਾਂ ਬਿਜ਼ਨਸਮੈਨ ਹੀ ਲਿਖੀ ਚਲੋ, ਹੈ ਨਾ। ਜੇ ਤੁਸੀਂ ਇੱਦਾਂ ਦੀ ਮਿਸਟੇਕ ਕਰੋਗੇ ਇਹਨੂੰ ਮਿਸਟੇਕ ਹੀ ਜਿਹੜਾ ਆ ਕੰਸੀਡਰ ਕੀਤਾ ਜਾਊਗਾ। ਜੇ ਤੁਹਾਡੇ ਕੋਲ ਜਿਹੜੀ ਆ ਇਹਨਾਂ ਨੂੰ ਬੋਲ ਦਿੰਦੇ ਆਪਾਂ ਲੈਕ ਆਫ ਲੈਕਸੀਕਲ ਰਿਸੋਰਸਿਸ, ਕਿ ਤੁਹਾਡੇ ਕੋਲ ਜਿਹੜੇ ਲੈਕਸੀਕਲ ਰਿਸੋਰਸਿਸ ਨਾ, ਤੁਹਾਡੇ ਕੋਲ ਵਰਡਸ ਜਿਹੜੇ ਤੁਹਾਡੇ ਕੋਲ ਸ਼ਬਦਾਂ ਦੀ ਕਮੀ ਆ। ਫੋਰ ਐਗਜ਼ਾਮਪਲ ਜੇ ਤੁਸੀਂ ਬਿਜ਼ਨਸਮੈਨ ਦੀ ਜਗ੍ਹਾ ਹੋਰ ਵਰਡਸ ਲਿਖੋਗੇ, ਫੋਰ ਐਗਜ਼ਾਮਪਲ ਮਰਚੈਂਟ ਲਿਖ ਦਿਓ, ਹੈ ਨਾ, ਕੋਈ ਹੋਰ ਵਰਡ ਆਉਂਦੇ ਇੱਦਾਂ ਦੇ ਵਰਡ ਲਿਖੋ, ਤਾਂ ਤੁਹਾਡਾ ਜਿਹੜਾ ਲੈਕਸੀਕਲ ਰਿਸੋਰਸਿਸ ਦਾ ਕ੍ਰਾਈਟੇਰੀਆ ਫੁੱਲਫਿਲ ਹੋ ਸਕਦਾ ਆ। ਫਿਰ ਆਪਾਂ ਨਾਲ ਹੀ ਲੱਗਦੇ ਇੱਕ ਹੋਰ ਮੈਟਰ 'ਤੇ ਵੀ ਗੱਲ ਕਰ ਲੈਂਦੇ ਆ, ਜੋ ਸੁਣਨ ਵਿੱਚ ਕਾਫੀ ਸਿਲੀ ਲੱਗਦਾ ਹੋਊਗਾ, ਬਟ ਕਈ ਵਾਰ ਸਟੂਡੈਂਟਸ ਜਿਹੜੇ ਆ ਉਹਨਾਂ ਤੋਂ ਮਿਸਟੇਕ ਹੋ ਜਾਂਦੀ ਆ। ਉਹ ਹੈਗਾ ਟਾਸਕ ਰਿਸਪੌਂਸ, ਕਿ ਜੋ ਤੁਹਾਡੇ ਤੋਂ ਪੁੱਛਿਆ ਗਿਆ ਨਾ ਤੁਸੀਂ ਉਹੀ ਦੱਸਣਾ ਆ। ਜੇ ਤੁਸੀਂ ਕੁਝ ਹੋਰ ਗੱਲ ਕਰਤੀ ਵਿੱਚ ਤਾਂ ਉਹਦੇ ਨਾਲ ਜਿਹੜਾ ਆ ਟਾਸਕ ਆਫ ਟਰੈਕ ਜਾ ਸਕਦਾ ਆ, ਅਤੇ ਅਲਟੀਮੇਟਲੀ ਤੁਹਾਡੇ ਟਾਸਕ ਰਿਸਪੌਂਸ ਦੇ ਨੰਬਰ ਕੱਟੇ ਜਾ ਸਕਦੇ। ਹਾਂ ਵਿੱਚ ਜਿਹੜੀ ਤੁਸੀਂ ਗ੍ਰਾਮਰ ਵਗੈਰਾ ਲਿਖੀ ਹੋਗੀ ਉਹਦੇ ਨੰਬਰ ਤੁਹਾਨੂੰ ਚਾਹੇ ਮਿਲ ਜਾਣ, ਪਰ ਟਾਸਕ ਰਿਸਪੌਂਸ ਦੇ ਨੰਬਰ ਜਿਹੜੇ ਘੱਟ ਸਕਦੇ ਆ। ਸੋ ਤੁਹਾਨੂੰ ਹਰ ਇੱਕ ਜਿਹੜੇ ਮੈਟਰ ਦੀ ਚੰਗੀ ਤਰ੍ਹਾਂ ਨੌਲੇਜ ਹੋਵੇ, ਅਗਰ ਪੂਰੀ ਪ੍ਰੋਪਰ ਨੌਲੇਜ ਹੋਊਗੀ ਤਾਂ ਤੁਹਾਡਾ ਟਾਸਕ ਜਿਹੜਾ ਆ 2 ਕਦੇ ਵੀ ਆਫ ਟਰੈਕ ਨਹੀਂ ਹੋਵੇਗਾ। ਸੋ ਇਹ ਹਨ ਆਪਣੇ ਕੁਝ ਫੰਡਾਮੈਂਟਲ ਰੂਲਸ ਫॉर ਟਾਸਕ 2 GT ਆਇਲਟਸ ਵਾਸਤੇ ਵੀ ਅਤੇ ਅਕੈਡਮਿਕ ਆਇਲਟਸ ਵਾਸਤੇ ਵੀ। ਆਈ ਹੋਪ ਕਿ ਤੁਸੀਂ ਨੋਟਸ ਬਣਾਏ ਹੋਣਗੇ, ਅਤੇ ਜੇ ਤੁਸੀਂ ਨਹੀਂ ਨੋਟਸ ਬਣਾਏ ਤਾਂ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਕਿ ਤੁਸੀਂ ਵੀਡੀਓ ਨੂੰ ਦੁਬਾਰਾ ਦੇਖ ਕੇ ਨੋਟਸ ਜ਼ਰੂਰ ਬਣਾਓ। ਓਵਰ ਕੌਨਫੀਡੈਂਟ ਨਾ ਹੋ ਜਾਓ ਕਿ ਹਾਂਜੀ ਦੇਖ ਲਈ ਵੀਡੀਓ ਚੇਤੇ ਰਹਿਣਗੇ ਆਪਾਂ ਨੂੰ। ਨੋ, ਤੁਸੀਂ ਰੂਲਸ ਜਿਹੜੇ ਮੈਂ ਦੱਸੇ ਆ ਜ਼ਰੂਰ ਲਿਖਣੇ ਆ ਤੁਸੀਂ। ਸੋ ਕਿਉਂਕਿ ਮੈਂ ਇਹ ਚਾਹੁੰਦਾ ਹਾਂ ਕਿ ਤੁਹਾਨੂੰ 1% ਵੀ ਡਿਫੀਕਲਟੀ ਫੇਸ ਨਾ ਕਰਨੀ ਪਵੇ। ਸੋ ਇਸ ਵਾਸਤੇ ਇਹਨਾਂ ਦੇ ਨੋਟਸ ਬਣਾਓ। ਹਾਂ, ਅਗਰ ਤੁਸੀਂ ਆਪਣੀ ਵੈਸੇ ਹੀ ਨੌਲੇਜ ਵਾਸਤੇ ਵੀਡੀਓ ਦੇਖੀ ਹੈ ਤਾਂ ਵਧੀਆ ਗੱਲ ਹੈ, ਦੇਖਣੀ ਚਾਹੀਦੀ ਆ। ਅਤੇ ਤੁਸੀਂ ਅਜਿਹੇ ਪਰਸਨ ਨੂੰ ਆਪਣੇ ਫਰੈਂਡ ਨੂੰ ਜ਼ਰੂਰ ਸ਼ੇਅਰ ਕਰੋ ਕਿ ਜਿਹਨੂੰ ਇਸ ਵੀਡੀਓ ਤੋਂ ਕੋਈ ਬੈਨੀਫਿਟ ਹੋ ਸਕੇ, ਜਾਂ ਫਿਰ ਆਉਣ ਵਾਲੀਆਂ ਵੀਡੀਓਜ਼ ਜਿਹੜੀਆਂ ਉਹਨਾਂ ਤੋਂ ਆਟੋਮੈਟਿਕਲੀ ਜਾ ਸਕਣ, ਅਤੇ ਉਹ ਮੈਂ ਜੋ ਇਹ ਉਪਰਾਲਾ ਕਰ ਰਿਹਾ ਇਹਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ। ਸੋ ਹੁਣ ਆ ਗਈ ਆਪਣੇ ਪਾਰਟ 2 ਦੀ ਵਾਰੀ। ਪਾਰਟ 2 ਸੋ ਪਾਰਟ 2 ਦੇ ਵਿੱਚ ਆਪਾਂ ਜੋ ਡਿਸਕਸ ਕਰਨ ਜਾ ਰਹੇ ਹਾਂ ਉਹ ਆ ਕਿ ਇਸ ਵਿੱਚ ਜਾਂ ਆਪਾਂ ਕਹਿ ਲਈਏ ਟਾਸਕ 2 ਰਾਈਟਿੰਗ ਦੇ ਵਿੱਚ ਆਪਾਂ ਨੂੰ ਵਿਸ਼ੇ, ਸਬਜੈਕਟ ਜਾਂ ਟੌਪਿਕਸ ਕਿੱਦਾਂ ਦੇ ਆਉਣਗੇ, ਜਨਰਲ ਹੋਣਗੇ, ਸਾਇੰਟੀਫਿਕ ਹੋਣਗੇ, ਕਿਸ ਤਰ੍ਹਾਂ ਦੇ ਟੌਪਿਕਸ ਹੋਣਗੇ, ਰਾਈਟ। ਅਤੇ ਮੈਂ ਇਹ ਕਹਿ ਸਕਦਾ ਕਿ ਜੋ ਕਰੰਟਲੀ ਅੱਜ ਕੱਲ੍ਹ ਜਿਹੜੇ ਕੁਐਸਚਨ ਆਨਸਰ ਚੱਲਦੇ ਪਏ ਆ ਨਾ, ਉਹਨਾਂ ਦੇ ਵਿੱਚ ਹੁਣ 65% ਰਹਿ ਚੁੱਕਾ ਹੈ ਕਿ ਉਹ ਜਨਰਲ ਵਿਸ਼ੇ ਹੁੰਦੇ ਆ 65%, ਅਤੇ ਜਿਹੜਾ ਰਿਮੇਨਿੰਗ ਪੋਰਸ਼ਨ ਰਹਿ ਗਿਆ ਆ ਉਹਨਾਂ ਦੇ ਵਿੱਚ ਹੁਣ ਥੋੜ੍ਹਾ ਜਿਹਾ ਉਹ ਸਾਇੰਸ ਨੂੰ ਜ਼ਿਆਦਾ ਇਨਕਲੂਡ ਕਰਨ ਲੱਗ ਪਏ ਆ, ਜਿਹੜਾ ਕਿ ਕੁਝ ਜਿਹੜੇ ਆ ਸਟੂਡੈਂਟਸ ਵਾਸਤੇ ਡਿਫੀਕਲਟ ਹੋ ਸਕਦਾ ਆ। ਕੁਝ ਦੀ ਨੌਲੇਜ ਜਿਹੜੀ ਆ ਉਹ ਜ਼ਿਆਦਾ ਹੋ ਸਕਦੀ ਆ ਅਤੇ ਉਹਨੂੰ ਆਸਾਨੀ ਨਾਲ ਕਰ ਸਕਦੇ ਆ। ਸੋ ਵਿਸ਼ੇ ਕਿਸ ਤਰ੍ਹਾਂ ਦੇ ਆਉਣਗੇ ਇਸ ਨੂੰ ਸਮਝਣ ਵਾਸਤੇ ਮੈਂ ਤੁਹਾਡੇ ਮੂਹਰੇ ਕੁਝ ਕੁ ਟੌਪਿਕ ਰੱਖੂੰਗਾ, ਅਤੇ ਤੁਸੀਂ ਆਪਣੇ ਹਿਸਾਬ ਨਾਲ ਸੋਚੋ ਕਿ ਤੁਹਾਡੇ ਵਾਸਤੇ ਉਹ ਟੌਪਿਕਸ ਆ ਜਿਹੜੇ ਉਹ ਜਨਰਲ ਜਿਹੇ ਆ ਜਾਂ ਸਾਇੰਟੀਫਿਕ ਜਿਹੇ ਆ, ਠੀਕ ਆ। ਫੋਰ ਐਗਜ਼ਾਮਪਲ ਹਾਊਸਿੰਗ 'ਤੇ ਗੱਲ ਕਰਦੇ ਹਾਂ। ਹਾਊਸਿੰਗ 'ਤੇ ਵੀ ਕਾਫੀ ਅੱਜ ਕੱਲ੍ਹ ਆਉਂਦੇ ਹੁੰਦੇ ਟੌਪਿਕਸ, ਕਿਉਂਕਿ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਆ ਤੁਹਾਨੂੰ ਰਹਿਣ ਵਾਸਤੇ ਫਲੈਟਸ ਜਾਂ ਅਪਾਰਟਮੈਂਟਸ ਨਹੀਂ ਮਿਲਦੇ, ਜਾਂ ਕਾਫੀ ਮੁਸ਼ਕਿਲ ਹੋ ਜਾਂਦੀ ਹੈ ਨਾ।
ਸੋ ਫੋਰ ਐਗਜ਼ਾਮਪਲ ਹਾਊਸਿੰਗ ਤੇ ਆ ਸਕਦਾ ਇੱਦਾਂ ਦਾ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜੀ ਪ੍ਰੋਪਰਟੀ ਹੈ ਨਾ, ਉਹ ਪ੍ਰੋਪਰਟੀ ਦੀ ਸ਼ਾਰਟੇਜ ਕਿਉਂ ਹੋ ਚੁੱਕੀ ਹੈ, ਜਾਂ ਫਿਰ ਲੈਂਡ ਦੀ ਸ਼ਾਰਟੇਜ ਕਿਉਂ ਹੋ ਚੁੱਕੀ ਆ ਕਈ ਸ਼ਹਿਰਾਂ ਦੇ ਵਿੱਚ, ਇੱਦਾਂ ਦਾ ਟੌਪਿਕ ਆ ਸਕਦਾ ਆ। ਦੂਸਰੀ ਚੀਜ਼, ਜਿੱਦਾਂ ਹੁਣ ਹਾਊਸਿੰਗ ਦਾ ਆਪਾਂ ਟੌਪਿਕ ਚੁੱਕਿਆ ਨਾ, ਇੱਦਾਂ ਨਹੀਂ ਕਿ ਇੱਕ ਟੌਪਿਕ 'ਚੋਂ ਇੱਕ ਤਰ੍ਹਾਂ ਦਾ ਹੀ ਕੁਐਸਚਨ ਆਊਗਾ, ਆਪਾਂ ਉਹਨੂੰ ਯਾਦ ਕਰ ਲਈਏ ਤੇ ਆਪਣਾ ਵਧੀਆ ਹੋ ਗਿਆ ਕੰਮ। ਤਾਂ ਇੱਦਾਂ ਦੀ ਬਿਲਕੁਲ ਕੋਈ ਵੀ ਗੱਲ ਨਹੀਂ ਹੁੰਦੀ। ਹਾਊਸਿੰਗ ਦੀ ਗੱਲ ਹੈ ਨਾ, ਤਾਂ ਉੱਤੇ ਕੁਐਸਚਨ ਪਤਾ ਕਿੱਦਾਂ ਦੇ ਆ ਸਕਦੇ ਆ ਕਿ ਫੋਰ ਐਗਜ਼ਾਮਪਲ ਕਈ ਸ਼ਹਿਰਾਂ ਦੇ ਵਿੱਚ ਲੋਕੀ ਰੈਂਟ ਤੇ ਪ੍ਰਾਪਰਟੀ ਕਿਉਂ ਲੈਂਦੇ ਆ। ਫੋਰ ਐਗਜ਼ਾਮਪਲ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਕਈ ਸ਼ਹਿਰਾਂ ਦੇ ਵਿੱਚ ਲੋਕੀ ਆਪਣਾ ਘਰ ਲੈਣ ਦੀ ਬਜਾਏ ਰੈਂਟ ਤੇ ਰਹਿਣਾ ਕਿਉਂ ਪਸੰਦ ਕਰਦੇ ਆ। ਇਸ ਤਰ੍ਹਾਂ ਦਾ ਕੁਐਸਚਨ ਆ ਸਕਦਾ ਆ। ਜਾਂ ਤੁਹਾਨੂੰ ਕੁਐਸਚਨ ਆ ਸਕਦਾ ਆ ਕਿ ਤੁਹਾਨੂੰ ਲੱਗਦਾ ਕਿ ਪਾਸਟ ਦੇ ਵਿੱਚ ਲੋਕੀ ਰੈਂਟ ਤੇ ਜ਼ਿਆਦਾ ਰਹਿੰਦੇ ਹੁੰਦੇ ਸੀ ਤੇ ਪ੍ਰੈਜ਼ੈਂਟ ਵਿੱਚ ਘੱਟ ਰਹਿੰਦੇ ਪਏ ਆ। ਇਸ ਤਰ੍ਹਾਂ ਦੀ ਜਿਹੜੇ ਕੁਐਸਚਨ ਆ, ਇੱਕੋ ਟੌਪਿਕ ਤੇ ਤੁਹਾਨੂੰ ਕੋਈ ਵੀ ਜਿਹੜਾ ਨਾ ਕੁਐਸਚਨ ਆ ਸਕਦਾ ਆ। ਕੁਐਸਚਨ ਨੂੰ ਇੱਕ ਟੌਪਿਕ ਤੇ ਨਾ ਫੋਰ ਐਗਜ਼ਾਮਪਲ ਕਈ ਤਰ੍ਹਾਂ ਦੇ ਕੁਐਸਚਨ ਬਣ ਸਕਦੇ ਆ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਹਾਊਸਿੰਗ ਤੇ ਬਣਾਇਆ, ਲੈਂਡ ਤੇ ਬਣਾਇਆ, ਇਸ ਤਰ੍ਹਾਂ ਦੇ ਤੁਹਾਨੂੰ ਕੁਐਸਚਨ ਆ ਸਕਦੇ ਆ ਫੋਰ ਐਗਜ਼ਾਮਪਲ। ਠੀਕ ਹੈ, ਸੋ ਟੌਪਿਕ ਦੀ ਗੱਲ ਕਰਦੇ ਆਪਾਂ। ਇੱਕ ਤਾਂ ਹਾਊਸਿੰਗ ਦੀ ਗੱਲ ਕਰ ਲਈ, ਦੂਸਰਾ ਐਜੂਕੇਸ਼ਨ, ਬਹੁਤ ਹੀ ਹੌਟ ਟੌਪਿਕ ਆ। ਤੀਸਰਾ ਆ ਸਕਦਾ ਆ ਫੂਡ ਦੇ ਉੱਤੇ। ਫੂਡ ਦੇ ਉੱਤੇ ਵੀ ਬਹੁਤ ਸਾਰੇ ਟੌਪਿਕਸ ਆਉਂਦੇ ਆ, ਜਿਹਦੇ ਵਿੱਚ ਕਿ ਜਨਰਲ ਟੌਪਿਕ ਵੀ ਹੁੰਦੇ ਆ ਕਿ ਅੱਜ ਕੱਲ੍ਹ ਫੂਡ ਦੀ ਸ਼ਾਰਟੇਜ ਕਿਉਂ ਹੋ ਰਹੀ ਆ ਵਰਲਡ ਵਾਈਡ। ਜਾਂ ਫਿਰ ਆ ਸਕਦਾ ਆ ਕਿ ਕਈ ਥਾਂ 'ਤੇ ਜਿਹੜਾ ਫੂਡ ਆ ਉਹਦੀ ਫੋਰ ਐਗਜ਼ਾਮਪਲ ਫੂਡ ਵੇਸਟੇਜ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਅਤੇ ਕਿਤੇ ਫੂਡ ਸਕਾਰਸਿਟੀ ਦੀ ਪ੍ਰੋਬਲਮ ਹੈ। ਇੱਦਾਂ ਕਿਉਂ, ਇੱਦਾਂ ਦਾ ਟੌਪਿਕ ਵੀ ਆ ਸਕਦਾ ਆ। ਠੀਕ ਆ, ਅਤੇ ਫੂਡ ਦੇ ਵਿੱਚ ਜੈਨੇਟਿਕਲੀ ਮੋਡੀਫਾਈਡ ਫੂਡ ਕੀ ਹੁੰਦਾ ਆ, ਇਹਦੇ ਕੀ ਫਾਇਦੇ ਨੁਕਸਾਨ ਹੈ, ਇੱਦਾਂ ਦਾ ਟੌਪਿਕ ਵੀ ਆ ਸਕਦਾ ਆ। ਹੁਣ ਜਿਹੜਾ ਜੈਨੇਟਿਕਲੀ ਮੋਡੀਫਾਈਡ ਫੂਡ ਆ, ਕਈਆਂ ਨੂੰ ਪਤਾ ਹੋਊਗਾ, ਕਈਆਂ ਨੂੰ ਨਹੀਂ ਪਤਾ ਹੋਊਗਾ, ਓਬਵੀਅਸਲੀ ਨੈਚੁਰਲ ਗੱਲ ਆ ਬਈ। ਸੋ ਜਿਹੜੇ ਇੱਦਾਂ ਦੇ ਟੌਪਿਕਸ ਆ ਉਹ ਤੁਹਾਨੂੰ ਕਲਾਸਿਸ ਲਗਾ ਕੇ ਹੀ ਪਤਾ ਲੱਗਣਗੇ, ਅਤੇ ਇਸ ਵਾਸਤੇ ਤੁਹਾਨੂੰ ਕਲਾਸਿਸ ਬਹੁਤ ਇੰਪੋਰਟੈਂਟ ਆ। ਅਤੇ ਕਈ ਸਟੂਡੈਂਟਸ ਜਿਹੜੇ ਆ ਉਹ ਮੰਨਦੇ ਆ ਕਿ ਸ਼ਾਇਦ ਆਪਾਂ ਘਰ ਬੈਠ ਕੇ ਕਰ ਲਾਂਗੇ, ਪਰ ਮੈਂ ਉਹਨਾਂ ਨੂੰ ਦੱਸਣਾ ਚਾਹੂੰਗਾ ਕਿ ਇੱਦਾਂ ਦੀ ਮਿਸਟੇਕ ਨਾ ਬਿਲਕੁਲ ਵੀ ਕਰਿਓ। ਤੁਸੀਂ ਇੱਕ ਕੋਚਿੰਗ ਇੰਸਟੀਟਿਊਟ ਨੂੰ ਜੁਆਇਨ ਕਰੋ, ਉੱਥੇ ਆਪਣੀ ਕਲਾਸਿਸ ਲਓ, ਤਾਂ ਕਿ ਤੁਹਾਨੂੰ ਇੱਦਾਂ ਦੇ ਟੌਪਿਕਸ ਬਾਰੇ ਪਤਾ ਲੱਗ ਸਕੇ। ਸੋ ਫੂਡ ਤੋਂ ਆਪਾਂ ਤੁਹਾਨੂੰ 3 ਕੁਐਸਚਨ ਦੱਸੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਆ ਉਹ ਆ ਸਕਦੇ ਆ। ਠੀਕ ਹੈ, ਨੈਕਸਟ ਆਪਾਂ ਗੱਲ ਕਰ ਲੈਂਦੇ ਹਾਂ ਕਰਪਸ਼ਨ ਦੀ, ਜਾਂ ਆਪਾਂ ਗੱਲ ਕਰ ਲੈਂਦੇ ਹਾਂ ਜੈਂਡਰ ਇਕੁਐਲਿਟੀ ਦੀ। ਕਈ ਦੇਸ਼ਾਂ ਵਿੱਚ ਵੂਮੈਨ ਨੂੰ ਘੱਟ ਪੇ ਕੀਤਾ ਜਾਂਦਾ, ਅਤੇ ਕਈਆਂ ਵਿੱਚ ਇਕੁਅਲ ਪੇ ਕੀਤਾ ਜਾਂਦਾ, ਅਤੇ ਕਈਆਂ 'ਚ ਵੱਧ ਵੀ ਪੇ ਕੀਤਾ ਜਾਂਦਾ। ਵੱਧ ਵਾਲੇ ਫਿਲਹਾਲ ਘੱਟ ਆ, ਪਰ ਘੱਟ ਵਾਲੇ ਜਿਹੜੇ ਆ ਕਿ ਵੂਮੈਨ ਨੂੰ ਘੱਟ ਪੇ ਕਰਦੇ, ਉਹ ਬਹੁਤ ਸਾਰੇ ਦੇਸ਼ ਆ। ਇਸ ਤਰ੍ਹਾਂ ਦੇ ਟੌਪਿਕ ਵੀ ਤੁਹਾਨੂੰ ਆ ਸਕਦੇ ਆ। ਅਤੇ ਹੋਰ ਆਪਾਂ ਟੌਪਿਕ ਦੀ ਗੱਲ ਕਰ ਲੈਂਦੇ ਹਾਂ। ਫੋਰ ਐਗਜ਼ਾਮਪਲ ਸੈਲੈਬਰਿਟੀਜ਼ ਜਾਂ ਪੋਲੀਟੀਸ਼ੀਅਨਸ, ਕੌਣ ਵੱਧ ਕਮਾਉਂਦਾ ਆ। ਜਾਂ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਕਈ ਦੇਸ਼ਾਂ ਦੇ ਵਿੱਚ ਜਿਹੜੇ ਸੈਲੈਬਰਿਟੀਜ਼ ਆ ਜਾਂ ਆਰਟਿਸਟ ਆ ਉਹ ਪੋਲੀਟੀਸ਼ੀਅਨਸ ਦੇ ਨਾਲੋਂ ਵੱਧ ਕਮਾਉਂਦੇ ਆ, ਇੱਦਾਂ ਕਿਉਂ, ਇਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਆ। ਸੋ ਜਿਹੜੇ ਕੁਐਸਚਨ ਹੋਣਗੇ ਉਹ ਹੋਣਗੇ ਤੁਹਾਡੀ ਜਿਹੜੀ ਜਾਣੀ ਕਿ ਕਪੈਸਿਟੀ ਦੇ ਵਿੱਚ ਹੋਣਗੀ ਨਾ, ਨੌਲੇਜ ਹੋਊਗੀ, ਉੱਦਾਂ ਦੇ ਹੀ ਕੁਐਸਚਨ ਆਉਣੇ। ਫੋਰ ਐਗਜ਼ਾਮਪਲ ਅੱਜ ਕੱਲ੍ਹ ਪਾਣੀ ਦੀ ਕਿੱਲਤ ਕਿੰਨੀ ਵੱਧਦੀ ਪਈ ਆ ਪੂਰੇ ਸੰਸਾਰ ਦੇ ਵਿੱਚ, ਉਹਦੇ 'ਤੇ ਤੁਹਾਨੂੰ ਕੁਐਸਚਨ ਆ ਸਕਦਾ। ਫਾਰਮਿੰਗ 'ਤੇ ਕੁਐਸਚਨ ਆ ਸਕਦਾ ਹੈ ਨਾ, ਪੋਲਿਊਸ਼ਨ 'ਤੇ ਆ ਸਕਦਾ, ਇਨਵਾਇਰਮੈਂਟ 'ਤੇ ਆ ਸਕਦਾ ਆ। ਸੋ ਇਹ ਹਨ ਕੁਝ ਕੁ ਟੌਪਿਕ ਮੈਂ ਤੁਹਾਨੂੰ ਉਦਾਹਰਣ ਦੇ ਤੌਰ 'ਤੇ ਦੱਸੇ ਆ। ਟੌਪਿਕ ਵੈਸੇ ਬਹੁਤ ਹਨ, ਕਿਸੇ ਦਿਨ ਆਪਾਂ ਵਿਸਥਾਰ 'ਤੇ ਜਾਂ ਪੂਰੀ ਆਪਾਂ ਡਿਸਕਰਾਈਬ ਕਰਾਂਗੇ ਪ੍ਰੋਪਰਲੀ ਕਿ ਕਿਸ ਕਿਸ ਤਰ੍ਹਾਂ ਦੇ ਟੌਪਿਕ ਆ ਸਕਦੇ ਆ। ਠੀਕ ਹੈ, ਸੋ ਆਈ ਹੋਪ ਕਿ ਤੁਹਾਨੂੰ ਥੋੜ੍ਹਾ ਅੰਦਾਜ਼ਾ ਹੋ ਗਿਆ ਹੋਊਗਾ ਕਿ ਤੁਹਾਨੂੰ ਜਿਹੜੇ ਟੌਪਿਕਸ ਆ ਨਾ ਉਹ ਕਿਸ ਤਰ੍ਹਾਂ ਦੇ ਆਉਣਗੇ। ਅਤੇ ਮੇਰਾ ਇਹੀ ਮੰਤਵ ਸੀਗਾ ਇਸ ਵੀਡੀਓ ਦੇ ਵਿੱਚ ਕਿ ਤੁਹਾਨੂੰ ਇੱਕ ਅੰਦਾਜ਼ਾ ਜਿਹਾ ਦਵਾਇਆ ਜਾਵੇ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੇ ਟੌਪਿਕ ਆਉਣਗੇ, ਅਤੇ ਤੁਸੀਂ ਆਪਣਾ ਮਾਈਂਡ ਸੈੱਟ ਕਿੱਦਾਂ ਰੱਖਣਾ, ਆਪਣੀ ਪ੍ਰੈਪਰੇਸ਼ਨ ਕਿੱਦਾਂ ਦੀ ਰੱਖਣੀ ਆ, ਸੋ ਦੈਟ ਕਿ ਤੁਸੀਂ ਆਪਣੇ ਮਾਈਂਡ ਨੂੰ ਫਰੀਲੀ ਅਡੈਪਟ ਕਰ ਸਕੋ ਉਹਨਾਂ ਚੈਲੰਜਸ ਵਾਸਤੇ ਜਿਹੜੇ ਕਿ ਤੁਹਾਨੂੰ 40 ਮਿੰਟ ਦੇ ਵਿੱਚ ਮਿਲਣੇ ਆ। ਤੁਹਾਨੂੰ 40 ਮਿੰਟ ਤੁਹਾਡੀ ਕਪੈਸਿਟੀ ਚੈੱਕ ਕੀਤੀ ਜਾਣੀ ਆ। ਸੋ ਆਈ ਹੋਪ ਤੁਹਾਨੂੰ ਵੀਡੀਓ ਇਹ ਚੰਗੀ ਲੱਗੀ ਹੋਏਗੀ। ਜੇ ਚੰਗੀ ਲੱਗੀ ਆ ਪਲੀਜ਼ ਲਾਈਕ ਕਰ ਦਿਓ। ਇੱਕ ਦੇਖੋ ਬਿਲਕੁਲ ਵੀ ਜ਼ੋਰ ਨਹੀਂ ਲੱਗਣਾ ਲਾਈਕ ਕਰਨ ਦੇ ਵਿੱਚ, ਅਤੇ ਲਾਈਕ ਕਰੋਗੇ ਤਾਂ ਮੈਨੂੰ ਉਤਸ਼ਾਹ ਜ਼ਰੂਰ ਮਿਲੂਗਾ। ਮੰਨ ਲਓ ਕਿ ਤੁਹਾਡੀ ਜਾਂ ਇਹ ਤੁਸੀਂ ਮੈਨੂੰ ਫੀਸ ਦੇ ਰਹੇ ਹੋ 1 ਲਾਈਕ ਦੀ, 1 ਲਾਈਕ ਦਿਓ, ਠੀਕ ਹੈ ਜੀ, ਅਤੇ ਮੈਨੂੰ ਥੋੜ੍ਹਾ ਹੋਰ ਉਤਸ਼ਾਹ ਮਿਲੂਗਾ ਨੈਕਸਟ ਵੀਡੀਓ ਬਣਾਉਣ ਦਾ। ਅਤੇ
ਆਈ ਹੋਪ ਕਿ ਜਿਹੜਾ ਮੇਰਾ ਕੰਟਰੀਬਿਊਸ਼ਨ ਆ ਤੁਹਾਨੂੰ ਤੁਹਾਡੀ ਜਰਨੀ ਦੇ ਵਿੱਚ ਤੁਹਾਡੀ ਏਮ ਨੂੰ ਅਚੀਵ ਕਰਨ ਦੇ ਵਿੱਚ ਜੋ ਤੁਹਾਡੀ ਸਟਰੈਂਥ ਲੱਗਦੀ ਪਈ ਆ ਉਸ ਸਟਰੈਂਥ ਨੂੰ ਮੈਂ ਥੋੜ੍ਹਾ ਜਿਹਾ ਹੋਰ ਤਕੜਾ ਕਰ ਸਕਾਂ, ਉਹਨੂੰ ਹੋਰ ਸਟਰੋਂਗ ਮੈਂ ਕਰ ਸਕਾਂ। ਐਂਡ ਆਈ ਹੋਪ ਕਿ ਤੁਸੀਂ ਹਾਰਡ ਵਰਕ ਕਰੋ, ਵੋਕੈਬਲਰੀ ਕਲੈਕਟ ਕਰੋ, ਆਪਣੀ ਜਰਨੀ ਜੋ ਆ ਜਾਂ ਜੋ ਤੁਹਾਡੀ ਡੈਸਟਨੀ ਉਹਨੂੰ ਪਾਉਣ ਵਾਸਤੇ ਹਾਰਡ ਵਰਕ ਕਰਦੇ ਰਹੋ। ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ। ਓਕੇ, ਟੇਕ ਕੇਅਰ।